ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ। ਕੈਨੇਡਾ ਵਿੱਚ ਕਰੀਬ 1 ਸਾਲ ਦੇ ਵਾਧੇ ਸਮੇਂ ਤੋਂ ਬਾਅਦ ਆਖਿਰ ਖੁੱਲਣ ਜਾ ਰਹੇ ਨੇ ਬਾਰਡਰ। ਅਮਰੀਕਾ ਵਾਸੀਆਂ ਦੀ ਸ਼ੁਰੂ ਹੋਵੇਗੀ ਐਂਟਰੀ। ਕੈਨੇਡਾ ਵਿੱਚ ਜੁਲਾਈ ਮਹੀਨੇ 90,000 ਤੋਂ ਵੱਧ ਨਵੀਆਂ ਨੌਕਰੀਆਂ ਜੁੜੀਆਂ। ਨੌਕਰੀਆਂ ਤੇ ਆਰਥਿਕਤਾ ਦੇ ਬਾਰੇ ਆਈ ਰਿਪੋਰਟ ਦੇ ਬਾਰੇ ਦੱਸਾਂਗੇ ਪੂਰੀ ਜਾਣਕਾਰੀ। ਸਸਕਾਤੂਨ ਤੋਂ ਇਹਨਾਂ ਦੋ ਭਰਾਵਾਂ ਨੂੰ ਲੱਭਣ ਦੇ ਲਈ ਪੁਲਿਸ ਮੰਗ ਰਹੀ ਹੈ ਸਹਿਯੋਗ। ਇੱਕ ਦੀ 4 ਸਾਲ ਤੇ ਦੂਜੇ ਦੀ 10 ਸਾਲ ਹੈ ਉਮਰ, ਕਈ ਦਿਨ ਤੋਂ ਲਾਪਤਾ। ਹੈਮਿਲਟਨ ਵਿੱਚ ਚੱਲੀਆਂ ਗੋਲੀਆਂ 3 ਜਣਿਆਂ ਦੇ ਲੱਗੀਆਂ, 17 ਸਾਲ ਦੇ ਨੌਜਵਾਨ ਨੇ ਤੋੜਿਆ ਦਮ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਛੇਤੀ ਕਰ ਸਕਦੇ ਨੇ ਚੋਣਾਂ ਦਾ ਐਲਾਨ। ਵਿਰੋਧੀ ਪਾਰਟੀਆਂ ਵੱਲੋਂ ਟਰੂਡੋ ਤੇ ਲਗਾਏ ਜਾ ਰਹੇ ਇਲਜ਼ਾਮਾਂ ਦੇ ਬਾਰੇ ਦੱਸਾਂਗੇ। ਖਰਾਬ ਗੱਡੀ ਚਲਾਉਣ ਤੋਂ ਡਰਾਈਵਰਾਂ ਨੂੰ ਰੋਕਣ ਦੇ ਵਾਸਤੇ ਮੁਹਿੰਮ। ਰਜਾਇਨਾ ਵਿੱਚ ਮੈਡ ਬੱਸ ਦੇ ਬਾਰੇ ਦਵਾਂਗੇ ਜਾਣਕਾਰੀ। ਇਸ ਦੇ ਨਾਲ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਵਿੱਚ ਸੋਮਵਾਰ ਤੋਂ ਟਰੈਵਲ ਦੇ ਹਦਾਇਤ ਵਿੱਚ ਇੱਕ ਹੋਰ ਢਿੱਲ ਦਿੱਤੀ ਜਾ ਰਹੀ ਹੈ। ਜੋ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਮਰੀਕਾ ਵਾਸੀ ਕੈਨੇਡਾ ਦੇ ਵਿੱਚ ਆ ਸਕਣਗੇ। ਅਗਸਤ 9 ਤੋਂ ਹੋਰ ਕਿਹੜੀਆਂ ਚੀਜ਼ਾਂ ਬਦਲਣਗੀਆਂ ਤੇ ਆਖਿਰ ਕਿਹੜੀਆਂ ਸ਼ਰਤਾਂ ਹੋਣਗੀਆਂ ਜਿਨ੍ਹਾਂ ਨੂੰ ਵੀ ਕੈਨੇਡਾ ਵਿੱਚ ਆਉਣ ਦੀ ਇਜਾਜ਼ਤ ਹੋਵੇਗੀ, ਉਹਨਾਂ ਦੇ ਵਾਸਤੇ ਉਹ ਤੁਹਾਨੂੰ ਦੱਸਦੇ ਹਾਂ। ਮਾਰਚ 2020 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ ਕਿ ਸੋਮਵਾਰ ਤੋਂ ਅਮਰੀਕਾ ਵਾਸੀ ਕੈਨੇਡਾ ਵਿੱਚ ਆ ਸਕਣਗੇ। ਇਸ ਦੇ ਨਾਲ ਹੀ ਜਿਵੇਂ ਕਿ ਇਸ ਸਮੇਂ ਕੈਨੇਡਾ ਵਾਸੀ ਨੇ ਜੋ ਕੈਨੇਡਾ ਵਿੱਚ ਟਰੈਵਲ ਕਰਕੇ ਵਾਪਸ ਆਉਂਦੇ ਨੇ, ਜਿਨ੍ਹਾਂ ਨੇ ਕੋਵਿਡ-19 ਦੇ ਟੀਕੇ ਲਗਵਾਏ ਹੋਏ ਨੇ, ਉਹਨਾਂ ਨੂੰ ਕੁਆਰੰਟੀਨ ਦੀ ਲੋੜ ਨਹੀਂ ਪੈਂਦੀ। ਤਾਂ ਕੁਝ ਇਸੇ ਤਰ੍ਹਾਂ ਅਮਰੀਕਾ ਵਾਸੀਆਂ ਨੂੰ ਵੀ ਕੈਨੇਡਾ ਵਿੱਚ ਪਹੁੰਚ ਕੇ ਕੁਆਰੰਟੀਨ ਕੀਤੇ ਜਾਣ ਦੀ ਲੋੜ ਨਹੀਂ ਪਵੇਗੀ। ਇਸ ਦੇ ਨਾਲ ਹੀ ਜਿਵੇਂ ਕਿ ਕੈਨੇਡਾ ਨੇ ਹਜੇ 12 ਸਾਲ ਦੀ ਉਮਰ ਤੇ ਇਸ ਤੋਂ ਘੱਟ ਦੇ ਬੱਚਿਆਂ ਦੇ ਵਾਸਤੇ ਕਿਸੇ ਵੀ ਕੰਪਨੀ ਦੇ ਕੋਵਿਡ-19 ਦੇ ਟੀਕੇ ਦੇ ਵਾਸਤੇ ਇਜਾਜ਼ਤ ਨਹੀਂ ਦਿੱਤੀ ਹੈ। ਤਾਂ ਇਸ ਕਰਕੇ ਇਹ ਛੋਟ ਹੋਵੇਗੀ ਕਿ ਜਿਹੜੇ ਵੀ ਅਮਰੀਕੀ ਵਾਸੀ ਬੱਚਿਆਂ ਦੇ ਨਾਲ ਆਉਂਦੇ ਨੇ ਜਿਨ੍ਹਾਂ ਦੀ ਉਮਰ 12 ਸਾਲ ਤੋਂ ਘੱਟ ਹੈ, ਉਹਨਾਂ ਨੂੰ ਵੀ ਕੁਆਰੰਟੀਨ ਤੋਂ ਉਸੇ ਤਰ੍ਹਾਂ ਛੋਟ ਮਿਲੇਗੀ ਜਿਵੇਂ ਕਿ ਉਹਨਾਂ ਦੇ ਮਾਪਿਆਂ ਨੂੰ ਮਿਲੇਗੀ ਜਿਨ੍ਹਾਂ ਨੇ ਕੋਵਿਡ-19 ਦੇ ਟੀਕੇ ਲਗਵਾਏ ਹੋਏ ਹੋਣਗੇ। ਟਰੈਵਲ ਨੂੰ ਲੈ ਕੇ ਹਦਾਇਤਾਂ ਵਿੱਚ ਜੋ ਛੋਟ ਦਿੱਤੀ ਜਾ ਰਹੀ ਹੈ ਉਸ ਨਾਲ ਸੰਬੰਧਿਤ 9 ਅਗਸਤ ਦੇ ਵਾਸਤੇ ਇੱਕ ਵੱਡਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਕੈਨੇਡਾ ਦੇ ਬਾਰਡਰਸ ਦੇ ਉੱਤੇ ਕਾਫੀ ਗਿਣਤੀ ਦੇ ਵਿੱਚ ਯਾਤਰੀ ਆਉਣਗੇ। ਇਸ ਦੇ ਬਾਰੇ ਤਿਆਰੀਆਂ ਵੀ ਪਹਿਲਾਂ ਤੋਂ ਹੀ ਸ਼ੁਰੂ ਹੋ ਗਈਆਂ ਨੇ। ਇਸ ਦੇ ਨਾਲ ਹੀ ਅਮਰੀਕਾ ਦੇ ਵਿੱਚੋਂ ਵੀ ਉਹਨਾਂ ਕੰਪਨੀਆਂ ਦੇ ਟੀਕੇ ਜਿਨ੍ਹਾਂ ਨੇ ਲਗਵਾਏ ਹੋਏ ਨੇ, ਜਿਨ੍ਹਾਂ ਨੂੰ ਹੈਲਥ ਕੈਨੇਡਾ ਨੇ ਪ੍ਰਵਾਨਗੀ ਦਿੱਤੀ ਹੋਈ ਹੈ, ਸਿਰਫ ਉਹਨਾਂ ਨੂੰ ਹੀ ਫੁੱਲੀ ਵੈਕਸੀਨੇਟਡ ਮੰਨਿਆ ਜਾਵੇਗਾ, ਯਾਨੀ ਕਿ ਫਾਈਜ਼ਰ, ਮੋਡਰਨਾ, ਐਸਟਰਾਜ਼ੈਨੇਕਾ ਤੇ ਜੌਨਸਨ ਐਂਡ ਜੌਨਸਨ। ਇੱਥੇ ਵੀ ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਇਹਨਾਂ ਕੰਪਨੀਆਂ ਤੋਂ ਇਲਾਵਾ ਹੋਰ ਕਿਸੇ ਕੰਪਨੀ ਦੇ ਟੀਕੇ ਲੱਗੇ ਵੀ ਨਹੀਂ ਨੇ। ਅਗਲੀ ਖਬਰ ਹੈ ਕਿ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਤਾਜ਼ਾ ਅੰਕੜੇ ਪੇਸ਼ ਕੀਤੇ ਗਏ ਨੇ। ਕੈਨੇਡਾ ਭਰ ਵਿੱਚ ਜਿੱਥੇ ਇੱਕ ਪਾਸੇ ਹਦਾਇਤਾਂ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਆਰਥਿਕਤਾ ਲੀਹ ਦੇ ਉੱਤੇ ਆਉਣੀ ਵੀ ਸ਼ੁਰੂ ਹੋ ਗਈ ਹੈ, ਜਿਸ ਸੰਬੰਧੀ ਜਿਹੜੇ ਅੰਕੜੇ ਸਾਹਮਣੇ ਆਏ ਨੇ ਤਾਜ਼ੇ, ਉਹਨਾਂ ਦੇ ਵਿੱਚ ਸਬੂਤ ਮਿਲਦੇ ਨੇ। ਕੈਨੇਡਾ ਭਰ ਵਿੱਚ ਜਿਵੇਂ ਹੀ ਕੋਵਿਡ-19 ਦੀਆਂ ਹਦਾਇਤਾਂ 'ਚ ਢਿੱਲ ਦਿੱਤੀ ਜਾ ਰਹੀ ਹੈ ਤਾਂ ਨਾਲ ਹੀ ਬੇਰੁਜ਼ਗਾਰੀ ਦਰ ਵੀ ਘੱਟ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ, ਜਿਸ ਮੁਤਾਬਕ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਸਬੂਤ ਦਿਖਾਉਂਦੀ ਹੈ ਕਿ ਆਰਥਿਕਤਾ ਮੁੜ ਤੋਂ ਲੀਹ ਦੇ ਉੱਤੇ ਆ ਰਹੀ ਹੈ। ਜੁਲਾਈ ਮਹੀਨੇ ਦੇ ਵਿੱਚ ਹੀ ਜਿਵੇਂ ਕਿ ਕਈ ਹਦਾਇਤਾਂ ਹਟਾਈਆਂ ਗਈਆਂ ਤਾਂ ਦੂਜੇ ਪਾਸੇ ਜੁਲਾਈ ਮਹੀਨੇ ਦੇ ਵਿੱਚ ਹੀ ਕੈਨੇਡਾ ਦੇ ਅੰਦਰ 94,000 ਨਵੀਆਂ ਨੌਕਰੀਆਂ ਆਈਆਂ ਨੇ, ਜਿਸ ਦੇ ਨਾਲ ਬੇਰੁਜ਼ਗਾਰੀ ਦਰ ਵੀ ਪਹਿਲਾਂ ਨਾਲੋਂ ਹੇਠਾਂ ਆਈ ਹੈ। ਇਸ ਮੌਕੇ ਖਾਸ ਤੌਰ ਦੇ ਉੱਤੇ ਓਨਟਾਰੀਓ, ਮੈਨੀਟੋਬਾ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਇਨ੍ਹਾਂ ਥਾਵਾਂ ਦੇ ਉੱਤੇ ਨੌਕਰੀਆਂ ਦੇ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਤਰ੍ਹਾਂ ਜਿੱਥੇ ਇੱਕ ਪਾਸੇ ਨੌਕਰੀਆਂ 'ਚ ਵਾਧਾ ਹੋ ਰਿਹਾ ਹੈ, ਜਿੱਥੇ ਇੱਕ ਪਾਸੇ ਵੱਖੋ ਵੱਖਰੇ ਵਪਾਰ ਇਸ ਸਮੇਂ ਕਾਮਿਆਂ ਦੀ ਭਾਲ ਵਿੱਚ ਨੇ, ਤਾਂ ਨਾਲ ਹੀ ਕਾਮਿਆਂ ਦੀ ਕਮੀ ਵੀ ਪਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਅੱਗੇ ਜਿਵੇਂ ਕਿ ਟਰੈਵਲ ਹਦਾਇਤਾਂ ਨੂੰ ਹਟਾਉਣ ਦੇ ਬਾਰੇ ਐਲਾਨ ਕੀਤੇ ਜਾ ਰਹੇ ਨੇ ਵੱਖੋ ਵੱਖਰੇ ਪੜਾਅ ਦੇ ਤਹਿਤ, ਤਾਂ ਉਸੇ ਤਰ੍ਹਾਂ ਹੋ ਸਕਦਾ ਹੈ ਕਿ ਕਾਮਿਆਂ ਦੀ ਕਮੀ ਨੂੰ ਵੀ ਪੂਰਾ ਕਰ ਲਿਆ ਜਾਵੇ, ਕਿਉਂਕਿ ਇਸ ਸਮੇਂ ਕਾਫੀ ਗਿਣਤੀ ਵਿੱਚ ਕੈਨੇਡਾ ਵਾਸੀ ਤੇ ਨਾਲ ਹੀ ਕਈ ਵਰਕ ਪਰਮਿਟ ਵਾਲੇ ਨੇ ਜਿਹੜੇ ਕਿ ਇਸ ਸਮੇਂ ਕੈਨੇਡਾ ਆ ਨਹੀਂ ਪਾ ਰਹੇ। ਵੱਖੋ ਵੱਖਰੇ ਕਾਰਨ ਨੇ ਉਹਨਾਂ ਦੇ, ਤੇ ਇਸ ਕਰਕੇ ਵੀ ਜੋ ਇਸ ਸਮੇਂ ਕੈਨੇਡਾ ਵਿੱਚ ਕਮੀ ਦਾ ਸਾਹਮਣਾ ਵਪਾਰਾਂ ਨੂੰ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੂੰ ਕਾਮਿਆਂ ਨੂੰ ਲੱਭਣ ਦੇ ਵਿੱਚ ਮੁਸ਼ਕਲ ਵੀ ਆ ਰਹੀ ਹੈ। ਅਗਲੀ ਖਬਰ ਸਸਕਾਤੂਨ ਤੋਂ ਹੈ, ਜਿੱਥੇ ਕਿ ਪੁਲਿਸ ਨੇ ਦੋ ਭਰਾਵਾਂ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ ਜੋ ਲਾਪਤਾ ਨੇ ਅਗਸਤ 3 ਤੋਂ। ਸਸਕਾਤੂਨ ਪੁਲਿਸ ਤੋਂ ਬੱਚਿਆਂ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕਰ ਰਹੀ ਹੈ। ਦੋਵੇਂ ਭਰਾ ਨੇ ਜਿਨ੍ਹਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਲੰਘੇ ਮੰਗਲਵਾਰ ਤੋਂ ਬਾਅਦ ਦੋਵਾਂ ਨੂੰ ਕਿਸੇ ਨੇ ਨਹੀਂ ਦੇਖਿਆ। ਅਗਸਤ 3 ਦਾ ਦਿਨ ਸੀ ਜਦੋਂ ਤੋਂ ਇਹ ਲਾਪਤਾ ਹੋਏ ਨੇ। 4 ਸਾਲ ਦਾ ਇੱਕ ਬੱਚਾ ਹੈ
ਜਿਸ ਦਾ ਨਾਮ ਐਸ਼ਰ ਦੱਸਿਆ ਗਿਆ ਹੈ। ਇੱਕ 10 ਸਾਲ ਦਾ ਬੱਚਾ ਹੈ ਜਿਸ ਦਾ ਨਾਮ ਕੈਸਟਨ ਦੱਸਿਆ ਗਿਆ ਹੈ। ਦੋਵਾਂ ਨੂੰ ਆਖਰੀ ਵਾਰ ਉਹਨਾਂ ਦੇ ਘਰ ਦੇ ਕੋਲ 400 ਬਲਾਕ ਤੇ ਐਵੇਨਿਊ ਪੀ ਸਾਊਥ ਦੇ ਕੋਲ ਦੇਖਿਆ ਗਿਆ ਸੀ ਦੁਪਹਿਰ ਦੇ ਸਮੇਂ ਅਗਸਤ 3 ਨੂੰ, ਜਿਸ ਤੋਂ ਬਾਅਦ ਜਾਣਕਾਰੀ ਦਿੱਤੀ ਗਈ ਹੈ ਕਿ ਜੋ 4 ਸਾਲ ਦਾ ਬੱਚਾ ਹੈ ਉਸਦੇ ਕਾਲੇ ਰੰਗ ਦੇ ਮੋਢਿਆਂ ਤੱਕ ਵਾਲ ਨੇ, ਭੂਰੀਆਂ ਅੱਖਾਂ ਨੇ, ਜਿਸ ਨੇ ਆਖਰੀ ਵਾਰ ਲਾਲ ਰੰਗ ਦੀ ਕਮੀਜ਼ ਪਾਈ ਹੋਈ ਸੀ ਤੇ ਨੀਲੀ ਜੀਨ ਪਾਈ ਹੋਈ ਸੀ। ਕੈਸਟਨ ਦੇ ਬਾਰੇ ਜਦੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਉਸਦੇ ਛੋਟੇ ਵਾਲ ਨੇ ਤੇ ਭੂਰੀਆਂ ਅੱਖਾਂ ਨੇ, ਜਿਸ ਨੇ ਆਖਰੀ ਵਾਰ ਕਾਲੇ ਰੰਗ ਦੀ ਕਮੀਜ਼ ਪਾਈ ਹੋਈ ਸੀ ਤੇ ਕਾਲੀ ਹੀ ਪੈਂਟ ਪਾਈ ਹੋਈ ਸੀ। ਪਰਿਵਾਰ ਨੂੰ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾ ਹੋ ਰਹੀ ਹੈ, ਜਿਨ੍ਹਾਂ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਸਸਕਾਤੂਨ ਪੁਲਿਸ ਦੇ ਨਾਲ 306 975 8300 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹਨਾਂ ਦੋਵਾਂ ਬੱਚਿਆਂ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਜੇਕਰ ਕਿਸੇ ਨੂੰ ਵੀ ਕੁਝ ਪਤਾ ਹੋਵੇ। ਅੱਗੇ ਕਿ ਹੈਮਿਲਟਨ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਆਂ 3 ਜਣਿਆਂ ਦੇ ਉੱਤੇ ਚਲਾਈਆਂ ਗਈਆਂ, ਜਿਨ੍ਹਾਂ ਦੇ ਵਿੱਚ 17 ਸਾਲ ਦੇ ਨੌਜਵਾਨ ਦੀ ਮੌਤ ਹੀ ਹੋ ਗਈ। ਹੈਮਿਲਟਨ ਵਿੱਚ ਸ਼ੁੱਕਰਵਾਰ ਦੀ ਸ਼ਾਮ ਨੂੰ 3 ਜਣਿਆਂ ਦੇ ਉੱਤੇ ਗੋਲੀਆਂ ਚੱਲੀਆਂ ਨੇ, ਜਿਨ੍ਹਾਂ ਵਿੱਚੋਂ ਇੱਕ 17 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਹੈਮਿਲਟਨ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਸਟੋਨੀ ਕ੍ਰੀਕ ਦੇ ਨੇੜੇ ਪਾਰਕਿੰਗ ਲਾਟ ਦੇ ਵਿੱਚ, ਜੋ ਕਿ 288 ਮੱਡ ਸਟਰੀਟ ਵੈਸਟ ਦੇ ਉੱਤੇ ਹੈ, ਪੈਰਾਮਾਉਂਟ ਡਰਾਈਵ ਦੇ ਕੋਲ, ਉੱਥੇ ਉਹਨਾਂ ਨੂੰ 7:30 ਵਜੇ ਸ਼ੁੱਕਰਵਾਰ ਦੀ ਸ਼ਾਮ ਨੂੰ ਬੁਲਾਇਆ ਗਿਆ ਕਿ ਉੱਥੇ ਗੋਲੀਆਂ ਚੱਲੀਆਂ ਨੇ, ਜਿੱਥੇ ਕਿ 2 ਸ਼ੱਕੀ ਵਿਅਕਤੀਆਂ ਨੇ 3 ਉੱਥੇ ਪਹਿਲਾਂ ਤੋਂ ਮੌਜੂਦ ਵਿਅਕਤੀਆਂ ਨਾਲ ਸੰਪਰਕ ਕੀਤਾ ਤੇ ਫਿਰ ਉਹਨਾਂ 3 ਦੇ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਵਿੱਚੋਂ ਇੱਕ 17 ਸਾਲ ਦਾ ਨੌਜਵਾਨ ਸੀ ਜਿਸ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ ਤੇ ਇੱਕ 35 ਸਾਲ ਦਾ ਵਿਅਕਤੀ ਸੀ ਤੇ ਇੱਕ 25 ਸਾਲ ਦਾ ਨੌਜਵਾਨ ਸੀ ਜਿਨ੍ਹਾਂ ਦੇ ਉੱਤੇ ਗੋਲੀਆਂ ਚੱਲੀਆਂ ਨੇ। ਪੁਲਿਸ ਮੁਤਾਬਕ ਨਿਸ਼ਾਨਾ ਧਾਰ ਕੇ ਇਹ ਗੋਲੀਆਂ ਚਲਾਈਆਂ ਗਈਆਂ ਨੇ, ਜਿਸ ਤੋਂ ਬਾਅਦ ਉਹਨਾਂ ਦਾ ਇਸ ਸਮੇਂ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਜਦੋਂ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਸੀ ਤਾਂ 3 ਨੂੰ ਗੋਲੀਆਂ ਲੱਗੀਆਂ ਹੋਈਆਂ ਸਨ। ਮਾਮਲੇ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ, ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਮਾਮਲੇ ਦੇ ਬਾਰੇ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ 905 546 3827 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅੱਗੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਛੇਤੀ ਹੀ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਕਿਆਸ ਲਗਾਏ ਜਾ ਰਹੇ ਨੇ, ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਗਵਰਨਰ ਜਨਰਲ ਦੇ ਨਾਲ ਮੁਲਾਕਾਤ ਵੀ ਛੇਤੀ ਹੀ ਕੀਤੀ ਜਾਵੇਗੀ ਪਾਰਲੀਮੈਂਟ ਦੇ ਬਾਰੇ, ਤੇ ਇਸ ਦੇ ਬਾਰੇ ਉਮੀਦ ਹੈ ਕਿ ਇਸ ਮੁਲਾਕਾਤ ਤੋਂ ਬਾਅਦ ਜੋ ਹਰੀ ਝੰਡੀ ਮਿਲ ਜਾਵੇਗੀ ਕਿ ਇਲੈਕਸ਼ਨ ਕੈਨੇਡਾ ਦੇ ਵੱਲੋਂ ਇਸ ਸੰਬੰਧੀ ਐਲਾਨ ਕੀਤਾ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਹੁਣ ਤੱਕ ਤਾਂ ਕਿਹਾ ਜਾ ਰਿਹਾ ਸੀ ਕਿ ਕੋਵਿਡ-19 ਦੇ ਕਰਕੇ ਦੇਸ਼ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਸ ਦੌਰਾਨ ਇਹ ਚੋਣਾਂ ਨਹੀਂ ਕਰਵਾਈਆਂ ਜਾਣਗੀਆਂ, ਜਿਸ ਦੇ ਵਾਸਤੇ ਪਾਰਲੀਮੈਂਟ ਤੋਂ ਹਾਊਸ ਆਫ ਕਾਮਨਸ ਤੋਂ ਇੱਕ ਕਮੇਟੀ ਦੇ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬੇਨਤੀ ਵੀ ਕੀਤੀ ਗਈ ਸੀ ਕਿ ਜਦੋਂ ਤੱਕ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਸਾਰੀਆਂ ਉਹਨਾਂ ਦਾ ਸਾਥ ਨਹੀਂ ਛੱਡਦੀਆਂ ਉਦੋਂ ਤੱਕ ਕੋਵਿਡ-19 ਦੇ ਦੌਰਾਨ ਚੋਣਾਂ ਦਾ ਐਲਾਨ ਨਾ ਕੀਤਾ ਜਾਵੇ। ਪਰ ਇਸ ਸਮੇਂ ਜਿੱਥੇ ਇੱਕ ਪਾਸੇ ਇਹ ਕਿਹਾ ਜਾ ਰਿਹਾ ਸਿਹਤ ਅਧਿਕਾਰੀਆਂ ਦੇ ਵੱਲੋਂ ਕਿ ਕੋਵਿਡ-19 ਦੀ ਚੌਥੀ ਲਹਿਰ ਆ ਸਕਦੀ ਹੈ, ਤਾਂ ਦੂਜੇ ਪਾਸੇ ਚੋਣਾਂ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਨੇ, ਜਿਸ ਦੇ ਵਿੱਚ ਵੱਖੋ-ਵੱਖਰੀਆਂ ਪਾਰਟੀਆਂ ਦੇ ਲੀਡਰ ਚੋਣ ਪ੍ਰਚਾਰ ਦੀ ਤਰ੍ਹਾਂ ਵੱਖੋ-ਵੱਖਰੇ ਸੂਬਿਆਂ ਦੇ ਵਿੱਚ ਜਾ ਕੇ ਵਾਅਦੇ ਵੀ ਕਰ ਰਹੇ ਨੇ ਤੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਵੀ ਕੀਤੇ ਜਾ ਰਹੇ ਨੇ। ਕੁਝ ਹੀ ਦਿਨ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਈ ਸੂਬਿਆਂ ਦਾ ਦੌਰਾ ਕਰ ਦਿੱਤਾ, ਜਿੱਥੇ ਕਿ ਮੁੱਖ ਐਲਾਨ ਕੀਤੇ ਜਾਣੇ ਸੀ, ਕੈਨੇਡਾ ਸਰਕਾਰ ਦੇ ਵੱਲੋਂ ਵਾਅਦੇ ਕੀਤੇ ਗਏ ਸਨ, ਉਹ ਕੀਤੇ ਗਏ। ਫੰਡ ਜਾਰੀ ਕੀਤੇ ਗਏ, ਕਿਊਬੈਕ ਦੇ ਵਾਸਤੇ ਮੋਟਾ ਫੰਡ ਜਾਰੀ ਕੀਤਾ ਗਿਆ, ਚਾਈਲਡ ਕੇਅਰ ਦੇ ਵਾਸਤੇ ਕੁਝ ਹੀ ਦਿਨ ਪਹਿਲਾਂ ਇਸ ਦੇ ਬਾਰੇ ਵੀ ਐਲਾਨ ਕੀਤਾ ਗਿਆ, ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਸੀ। ਹਾਊਸਿੰਗ ਨੂੰ ਲੈ ਕੇ ਵੀ ਐਲਾਨ ਕੀਤੇ ਗਏ ਨੇ। ਕੋਵਿਡ-19 ਦੇ ਦੌਰਾਨ ਕੈਨੇਡਾ ਵਾਸੀਆਂ ਨੂੰ ਜਿਹੜੀ ਮਦਦ ਦਿੱਤੀ ਜਾ ਰਹੀ ਹੈ, CRB ਤੇ ਹੋਰ ਜਿਹੜੀ ਮਦਦ ਹੈ ਜਿਵੇਂ ਕਿ ਵੇਜ ਸਬਸਿਡੀ ਪ੍ਰੋਗਰਾਮ ਤੇ ਇਸ ਦੇ ਨਾਲ ਹੀ ਰੈਂਟ ਸਬਸਿਡੀ ਪ੍ਰੋਗਰਾਮ, ਇਹਨਾਂ ਦੇ ਤਹਿਤ ਵਿੱਤੀ ਮਦਦ ਜੋ ਦਿੱਤੀ ਜਾ ਰਹੀ ਹੈ ਉਸ ਦੇ ਵਾਸਤੇ ਵੀ ਅਕਤੂਬਰ ਤੱਕ ਦਾ ਵਾਅਦਾ ਕੀਤੇ ਜਾਣ, ਯਾਨੀ ਕਿ 1 ਮਹੀਨੇ ਦੇ ਹੋਰ ਸਮੇਂ ਦਾ ਇਸ ਮਦਦ ਦੇ ਵਿੱਚ ਵਾਅਦਾ ਕੀਤੇ ਜਾਣ ਦਾ ਐਲਾਨ ਵੀ ਕੀਤਾ ਗਿਆ ਹੈ। ਤਾਂ ਉਮੀਦ ਇਹ ਵੀ ਕੀਤੀ ਜਾ ਰਹੀ ਹੈ ਕਿ ਸਤੰਬਰ ਦੇ ਵਿੱਚ ਚੋਣਾਂ ਦੇ ਬਾਰੇ ਐਲਾਨ ਕੀਤਾ ਜਾ ਸਕਦਾ ਹੈ ਕਿ ਚੋਣਾਂ ਕਰਵਾਈਆਂ ਵੀ ਜਾ ਸਕਦੀਆਂ ਨੇ ਜਾਂ ਅਕਤੂਬਰ ਦੇ ਵਿੱਚ ਚੋਣਾਂ ਹੋ ਸਕਦੀਆਂ ਨੇ, ਤੇ ਉਦੋਂ ਤੱਕ ਹੀ ਕੈਨੇਡਾ ਵਾਸੀਆਂ ਨੂੰ ਵਿੱਤੀ ਮਦਦ ਦਿੱਤੇ ਜਾਣ ਦੇ ਬਾਰੇ ਵੀ ਪਹਿਲਾਂ ਤੋਂ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਵੱਲੋਂ ਐਲਾਨ ਕੀਤਾ ਜਾ ਚੁੱਕਿਆ ਹੈ। ਵੱਖੋ-ਵੱਖਰੇ ਸੂਬਿਆਂ ਤੇ ਵੱਖੋ-ਵੱਖਰੇ ਸ਼ਹਿਰਾਂ ਦੇ ਵਾਸਤੇ ਇਸ ਸਮੇਂ ਕਾਫੀ ਜ਼ਿਆਦਾ ਫੰਡ ਵੀ ਦਿੱਤੇ ਜਾ ਰਹੇ ਨੇ। ਜਿਹੜੇ ਵਾਅਦੇ ਕਾਫੀ ਸਮੇਂ ਤੋਂ ਕੀਤੇ ਹੋਏ ਸਨ ਉਹਨਾਂ ਨੂੰ ਇਸ ਸਮੇਂ ਪੂਰਾ ਕੀਤਾ ਜਾਣ ਲੱਗਿਆ ਹੈ ਜ਼ਿਆਦਾ ਤੇਜ਼ੀ ਦੇ ਨਾਲ, ਜਿਸ ਤੋਂ ਪਤਾ ਲੱਗਦਾ ਕਿ ਚੋਣਾਂ ਨੇੜੇ ਨੇ। ਤਾਂ ਦੂਜੇ ਪਾਸੇ ਇਹ ਵੀ ਹੈ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਇਸ ਸਮੇਂ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿੱਥੇ ਇੱਕ ਪਾਸੇ ਕਿਹਾ ਸੀ ਕਿ ਕੋਵਿਡ-19 ਦੇ ਦੌਰਾਨ ਉਹ ਚੋਣਾਂ ਨਹੀਂ ਕਰਵਾਉਣਗੇ, ਤਾਂ ਇਸ ਸਮੇਂ ਚੋਣਾਂ ਦਾ ਐਲਾਨ ਕਰਕੇ ਉਹ ਗਲਤੀ ਕਰ ਰਹੇ ਨੇ, ਅਜਿਹਾ ਉਹਨਾਂ ਵੱਲੋਂ ਕਿਹਾ ਗਿਆ ਤੇ ਨਾਲ ਹੀ ਇਹ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਵੀ
ਸਹੀ ਨਹੀਂ ਕੀਤਾ ਜਾ ਰਿਹਾ ਕਿ ਕੈਨੇਡਾ ਵਾਸੀਆਂ ਦੇ ਵਾਸਤੇ ਇਹ ਸਹੀ ਨਹੀਂ ਹੋਵੇਗਾ ਕਿ ਕੋਵਿਡ-19 ਦੀ ਚੌਥੀ ਲਹਿਰ ਜੇ ਆਉਂਦੀ ਹੈ ਉਸ ਸਮੇਂ ਦੇ ਵਿੱਚ ਚੋਣਾਂ ਕਰਵਾਈਆਂ ਜਾਣ। ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਚੋਣਾਂ ਦੇ ਬਾਰੇ ਕੀ ਐਲਾਨ ਕੀਤਾ ਜਾਂਦਾ ਹੈ ਤੇ ਕਦੋਂ ਤੱਕ ਇਸ ਦੀ ਤਰੀਕ ਦੱਸੀ ਜਾਂਦੀ ਹੈ। ਇਸ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਕੈਨੇਡਾ ਭਰ ਵਿੱਚ ਵੱਖਰੇ ਪ੍ਰੋਗਰਾਮ ਚਲਾਏ ਜਾਂਦੇ ਨੇ ਜਿਨ੍ਹਾਂ ਦੇ ਤਹਿਤ ਇਹ ਦੱਸਿਆ ਜਾਂਦਾ ਹੈ ਕਿ ਖਰਾਬ ਡਰਾਈਵਿੰਗ ਨਾ ਕੀਤੀ ਜਾਵੇ। ਖਰਾਬ ਗੱਡੀ ਚਲਾਉਣ ਦੇ ਨਾਲ ਆਪਣਾ ਨੁਕਸਾਨ ਤਾਂ ਹੁੰਦਾ ਹੀ ਹੈ, ਸਗੋਂ ਦੂਜੇ ਦੀ ਜ਼ਿੰਦਗੀ ਵੀ ਖਤਰੇ ਵਿੱਚ ਪੈ ਜਾਂਦੀ ਹੈ ਤੇ ਇਸੇ ਨੂੰ ਬਚਾਉਣ ਦੇ ਵਾਸਤੇ ਵੱਖਰੀਆਂ ਜਿਵੇਂ ਮੁਹਿੰਮਾਂ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਉਹਨਾਂ ਦੇ ਵਿੱਚੋਂ ਹੀ ਇੱਕ ਹੈ ਜਿਸ ਦੇ ਵਿੱਚ ਇੱਕ ਬੱਸ ਦੇ ਰਾਹੀਂ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਦਾ ਨਾਮ ਮੈਡ ਰੱਖਿਆ ਗਿਆ। ਸ਼ਨੀਵਾਰ ਨੂੰ ਰਜਾਇਨਾ ਵਿੱਚ ਵਿਧਾਨ ਸਭਾ ਦੇ ਬਾਹਰ ਇਸ ਬੱਸ ਨੂੰ ਖੜਾ ਕੀਤਾ ਗਿਆ ਜਿੱਥੇ ਕਿ ਉੱਥੋਂ ਦੇ ਵਸਨੀਕਾਂ ਦੇ ਵਾਸਤੇ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਵੀਡੀਓਜ਼ ਵੱਖਰੀਆਂ ਦਿਖਾਉਂਦੇ ਹੋਏ ਤੇ ਨਾਲ ਹੀ ਉਹਨਾਂ ਨੂੰ ਅਨੁਭਵ ਕਰਵਾਉਣ ਦੇ ਬਾਰੇ ਵੀ ਕੁਝ ਵੀਡੀਓਜ਼ ਸਨ ਜਿਵੇਂ ਕਿ ਵੀਡੀਓ ਗੇਮ ਹੁੰਦੀ ਹੈ, ਕੁਝ ਉਸ ਤਰ੍ਹਾਂ ਵੀਡੀਓਜ਼ ਦਿਖਾਈਆਂ ਗਈਆਂ ਤਾਂ ਕਿ ਲੋਕਾਂ ਨੂੰ ਹੋ ਸਕੇ ਕਿ ਕਿੰਨਾ ਖਤਰਨਾਕ ਹੋ ਸਕਦਾ ਹੈ ਜੇਕਰ ਖਰਾਬ ਡਰਾਈਵਿੰਗ ਕੀਤੀ ਜਾਂਦੀ ਹੈ। ਬੱਚਿਆਂ ਦੀ ਸੁਰੱਖਿਆ ਦੇ ਵਾਸਤੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਵਾਸਤੇ ਹੁਣ ਸਾਰਿਆਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਖਰਾਬ ਡਰਾਈਵਿੰਗ ਨਾ ਕੀਤੀ ਜਾਵੇ ਜੋ ਕਿ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ। The MAD program, specifically the MAD bus, is a tool that we use for grade 4 to 6 students to teach them about the dangers of impaired driving. We are doing a pilot right now that takes the bus to the general public so we can spread awareness to everyone in the community, not just the students. They get on the bus, they go through a short video, we kind of talk to them and try to get their experience and what they think children know about impaired driving. The message of the bus is to show children the dangers of impaired driving and the consequences of what could happen if they were to drive impaired. ਹੁਣ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਰੈਵਨਿਊ ਏਜੰਸੀ ਦੇ ਵੱਲੋਂ ਇੱਕ ਮਾਮਲੇ ਦੇ ਬਾਰੇ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹੈਲੀਫੈਕਸ ਤੋਂ ਇੱਕ ਵਪਾਰੀ ਨੇ 3 ਕੰਪਨੀਆਂ ਬਣਾ ਕੇ ਕਿਸ ਤਰ੍ਹਾਂ ਠੱਗੀ ਮਾਰੀ ਤੇ ਨਾਲ ਹੀ ਟੈਕਸ ਚੋਰੀ ਨਾਲ ਸੰਬੰਧਿਤ ਅਪਰਾਧ ਕੀਤਾ ਤੇ ਇਸੇ ਨੂੰ ਲੈ ਕੇ ਜੇਲ੍ਹ ਦੀ ਸਜ਼ਾ ਤੇ ਨਾਲ ਹੀ ਮੋਟੇ ਫਾਈਨ ਦਾ ਐਲਾਨ ਕੀਤਾ ਗਿਆ। ਕੈਨੇਡਾ ਰੈਵਨਿਊ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਮਾਮਲੇ ਦੀ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਪਾਇਆ ਗਿਆ ਕਿ ਇੱਕ ਵਿਅਕਤੀ ਨੇ ਆਪਣੀਆਂ ਵੱਖਰੀਆਂ ਕੰਪਨੀਆਂ ਦੇ ਤਹਿਤ ਫਰਾਡ ਕੀਤੇ ਨੇ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਵਿਅਕਤੀ ਦਾ ਨਾਮ ਰਾਲਸਟਨ ਮੈਕਡੋਨਲ ਹੈ ਜੋ ਕਿ ਹੈਲੀਫੈਕਸ ਨੋਵਾ ਸਕੋਸ਼ੀਆ ਤੋਂ ਰਹਿਣ ਵਾਲਾ ਹੈ ਜਿਸ ਨੂੰ 3 ਸਾਲ ਦੇ ਵਾਸਤੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ ਫਾਈਨ ਵੀ ਕੀਤਾ ਗਿਆ ਹੈ $3,1511.25 ਦਾ ਜਿਸ ਦੇ ਨਾਲ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਮੈਕਡੋਨਲਡਸ ਦੀਆਂ 3 ਅਜਿਹੀਆਂ ਕੰਪਨੀਆਂ ਸਨ ਜਿਨ੍ਹਾਂ ਦੇ ਵਾਸਤੇ ਉਸ ਨੂੰ ਫਾਈਨ ਕੀਤਾ ਗਿਆ ਕਿ ਫਰਾਡ ਕੀਤੇ ਗਏ ਨੇ। ਮਈ 18, 2021 ਨੂੰ ਹੈਲੀਫੈਕਸ ਪ੍ਰੋਵਿੰਸ਼ੀਅਲ ਕੋਰਟ ਦੇ ਜੱਜ ਨੇ ਪਾਇਆ ਕਿ ਮੈਕਡੋਨਲ ਤੇ ਨਾਲ ਹੀ ਉਸ ਦੀਆਂ 3 ਕੰਪਨੀਆਂ ਜਿਨ੍ਹਾਂ ਨੂੰ 7 ਮਾਮਲਿਆਂ ਦੇ ਵਿੱਚ ਫਰਾਡ ਦੇ ਵਾਸਤੇ ਦੋਸ਼ੀ ਪਾਇਆ ਗਿਆ ਹੈ ਤੇ ਇਹਨਾਂ ਮਾਮਲਿਆਂ ਵਿੱਚ 4 ਮਾਮਲੇ ਅਜਿਹੇ ਨੇ ਜੋ ਕਿ ਟੈਕਸ ਨਾਲ ਸੰਬੰਧਿਤ ਫਰਾਡ ਕੀਤੇ ਗਏ ਨੇ ਜਿਸ ਤੋਂ ਬਾਅਦ ਫਾਈਨ ਵੀ ਲਗਾਇਆ ਗਿਆ ਤੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜਾ ਵੀ ਉਸਨੇ ਹੁਣ ਤੱਕ ਟੈਕਸ ਚੋਰੀ ਕੀਤਾ ਜਾਂ ਟੈਕਸ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਉਸ ਦੇ ਵਾਸਤੇ ਸਾਰੇ ਪੈਸੇ ਵਾਪਸ ਦੇਣੇ ਪੈਣਗੇ। ਨਾ ਸਿਰਫ ਉਹ ਟੈਕਸ ਦੇਣਾ ਪਵੇਗਾ ਸਗੋਂ ਹੁਣ ਤੱਕ ਦਾ ਉਸ ਟੈਕਸ ਦੇ ਉੱਤੇ ਪਿਆ ਵਿਆਜ ਵੀ ਦੇਣਾ ਪਵੇਗਾ ਤੇ ਹੋਰ ਜਿਹੜਾ ਫਾਈਨ ਲਗਾਇਆ ਗਿਆ ਉਹ ਵੀ ਦੇਣਾ ਪਵੇਗਾ। ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਨੇ ਜਾਂਚ ਕੀਤੀ ਜਿਸ ਦੇ ਵਿੱਚ ਪਾਇਆ ਗਿਆ ਕਿ ਮੈਕਡੋਨਲ ਦੇ ਵੱਲੋਂ ਇੱਕ ਇੰਜੀਨੀਅਰਿੰਗ ਫਰਮ ਹੈਲੀਫੈਕਸ ਨੋਵਾ ਸਕੋਸ਼ੀਆ ਦੇ ਵਿੱਚ ਚਲਾਈ ਜਾ ਰਹੀ ਸੀ ਜਿਸ ਤੋਂ ਬਾਅਦ ਅੱਗੇ 3 ਕੰਪਨੀਆਂ ਸਨ ਜਿਨ੍ਹਾਂ ਦੇ ਨਾਮ ਦੱਸੇ ਗਏ ਨੇ ਮੈਕਡੋਨਲ ਸਿਕਿਉਰਿਟੀ ਰਿਸਕ ਮੈਨੇਜਮੈਂਟ ਲਿਮਿਟਿਡ, ਮੈਕਡੋਨਲ ਗਰੁੱਪ ਆਫ ਕੈਨੇਡਾ ਲਿਮਿਟਿਡ ਤੇ ਨਾਲ ਹੀ ਇੱਕ ਨੰਬਰਾਂ ਵਾਲੀ ਕੰਪਨੀ ਸੀ 3182,552 ਨੋਵਾ ਸਕੋਸ਼ੀਆ ਲਿਮਿਟਿਡ। ਇਨ੍ਹਾਂ ਕੰਪਨੀਆਂ ਦੇ ਨਾਮ ਦੱਸੇ ਗਏ ਨੇ ਜਿਸ ਦੇ ਬਾਰੇ ਦੱਸਿਆ ਗਿਆ ਕਿ ਸਾਲ 2009 ਤੋਂ ਲੈ ਕੇ ਸਾਲ 2014 ਤੱਕ ਮੈਕਡੋਨਲ ਤੇ ਉਸ ਦੀਆਂ 3 ਕੰਪਨੀਆਂ ਦੇ ਵੱਲੋਂ ਟੈਕਸ ਨੂੰ ਲੈ ਕੇ ਘਪਲੇ ਕੀਤੇ ਗਏ ਤੇ ਪੇਰੋਲ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਇਸ ਦੇ ਵਿੱਚ ਫਰਾਡ ਕੀਤੇ ਗਏ ਨੇ ਜਿਸ ਦੇ ਵਿੱਚ CRA ਨੇ ਉਸ ਨੂੰ ਦੋਸ਼ੀ ਪਾਇਆ ਤੇ ਉਸ ਤੋਂ ਬਾਅਦ ਹੀ 6 ਅਗਸਤ ਨੂੰ ਹੀ ਤਾਜ਼ਾ ਜਾਣਕਾਰੀ ਜਾਰੀ ਕਰਦੇ ਹੋਏ ਉਸ ਦਾ ਨਾਮ ਵੀ ਜਨਤਕ ਕਰ ਦਿੱਤਾ ਗਿਆ। ਇਸ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।